ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ AG ਅੰਮ੍ਰਿਤਸਰ ਪੰਜਾਬ ਨਿਊਜ਼ ਚੈਨਲ। ਮੈਂ ਨਿਊਜ਼ ਚੈਨਲ ਤੋਂ ਅਮਰਜੀਤ ਸਿੰਘ। ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਇਆ ਕਰੋ। ਅੱਜ ਖਾਲਸਾ ਕਾਲਜ ਵਿੱਚ ਪੁਸਤਕ ਮੇਲੇ ਨੂੰ 5ਵਾਂ ਦਿਨ ਹੋ ਗਿਆ। ਵਿਸ਼ੇਸ਼ ਭਾਸ਼ਣ ਦਵਿੰਦਰ ਸ਼ਰਮਾ ਜੀ ਨੇ ਦਿੱਤਾ। ਕਾਇਦਾ-ਏ-ਨੂਰ 21ਵੀਂ ਸਦੀ ਤੇ ਚੌਹਾਂ ਕੂਟਾਂ ਦਾ ਮੇਲਾ ਵੀ ਅੱਜ ਲੱਗਿਆ। Dr. Mehar Singh, worthy principal Khalsa College Amritsar, who has been the key person in helping this throughout. ਅੱਜ ਖਾਲਸਾ ਕਾਲਜ ਵਾਸਤੇ ਵੱਡਾ ਦਿਨ ਹੈ ਕਿ ਅੱਜ ਖਾਲਸਾ ਕਾਲਜ ਦੇ ਵਿਹੜੇ ਵਿੱਚ ਡਾਕਟਰ ਦਵਿੰਦਰ ਸ਼ਰਮਾ, ਜਿਹੜੇ ਕੋਈ ਅੱਜ ਤੋਂ 17 ਕੁ ਸਾਲ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਲੈਕਚਰ ਦੇਣ ਆਏ ਸੀ। We were such scholars at that time to design and take this seminar to state that it has seen the reality today. Thank you, sir, for everything. Eminent personalities, mesmerizing scholars, distinguished academicians, environmentalists, and people of very caliber and expertise. I wish to extend warm welcome keynote speaker Dr. Devinder Sharma. He is a great food policy analyst, renowned writer and thinker. Guest speaker Dr. Balwinder Singh Lakhewali, environmentalist and noted writer, and invited speaker Dr. Manpreet Singh Patti, Professor, Department of Botanical and Environmental Sciences, Guru Nanak Dev University. I welcome Dr. Harvinder Kaur, Dean Sciences, Khalsa College Amritsar. I also feel glad to welcome Professor Kirandeep Kaur, Head, Department of Botany, Khalsa College Amritsar. Amid us, we have Dr. Jagrup Singh Sekhon, Sardar Growers, Himachal Pradesh, heads and faculty of various teaching departments, staff and research scholars from the neighboring institutions, teachers from the sister institutions of Khalsa College Governing Council. To Dr. Lakhewali, please. I would also request Principal Sir and Ma'am to welcome Dr. Manpreet Singh Patti with sapling. Would request Dr. Harvinder Kaur to please accompany them. Sapling. On behalf of Botanical and Environment Science Society, Department of Botany, I would request Principal Ma'am to welcome Sir with sapling. Principal Sir. ਸਾਡੇ ਕਰਕੇ ਤੇ ਸਾਰਾ ਕੁਝ ਹੈ ਜੀ। ਹੁਣ ਜਿਨ੍ਹਾਂ ਦੀ ਰਹਿਨੁਮਾਈ ਹੇਠ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮਸ ਆਰਗੇਨਾਈਜ਼ ਕਰਦੇ ਹਾਂ। ਖਾਲਸਾ ਕਾਲਜ always tries to bring these kind of eminent personalities in the college to make the students familiar with their ideas, their noble work they did in their fields.
ਸੋ ਮੈਂ ਰਿਕਵੈਸਟ ਕਰਾਂਗਾ ਪ੍ਰਿੰਸੀਪਲ ਸਰ ਨੂੰ ਕਿ ਉਹ ਡਾਇਸ ਤੇ ਆਣ ਕੇ ਓਕੇ 1 second please, there is a little change in the program. ਸਨਮਾਨ ਚਿੰਨ੍ਹ ਤੇ ਕਾਲਜ ਫੋਟੋ ਜਿਹੜੀ ਹੈ ਪ੍ਰਿੰਸੀਪਲ ਸਰ ਇਨਵਾਈਟਡ ਸਪੀਕਰ ਨੂੰ ਆਨਰ ਕਰਨਗੇ ਉਹਦੇ ਨਾਲ। ਜ਼ਰੂਰ ਯਾਦ ਕਰੀ ਫੋਟੋ ਅਸੀਂ Thank you, sir. Thank you, ma'am. Now I would feel glad and blessed to invite Dr. Madison, Principal, to call upon the dais for the welcome address. Sir, please. ਸਾਡੇ ਅੱਜ ਦੇ ਸੈਮੀਨਾਰ ਵਿੱਚ ਪਹੁੰਚੇ ਕੀਨੋਟ ਸਪੀਕਰ ਸਾਡੇ ਡਾਕਟਰ ਦਵਿੰਦਰ ਸ਼ਰਮਾ ਜੀ, ਸਾਡੇ ਵਾਤਾਵਰਣ ਪ੍ਰੇਮੀ ਡਾਕਟਰ ਬਲਵਿੰਦਰ ਸਿੰਘ ਜੀ ਲੱਦੇਵਾਲੀ, ਯੂਨੀਵਰਸਿਟੀ ਤੋਂ ਪ੍ਰੋਫੈਸਰ ਮਨਪ੍ਰੀਤ ਸਿੰਘ ਜੀ ਪੱਟੀ, ਬੋਟਨੀ ਡਿਪਾਰਟਮੈਂਟ ਦੇ HOD ਡਾਕਟਰ ਕਿਰਨ, ਸਾਡੇ ਡੀਨ ਸਾਇੰਸਜ਼ ਮੈਡਮ ਹਰਵਿੰਦਰ, ਸਾਹਮਣੇ ਬੈਠੇ ਟੀਚਰ ਸਾਹਿਬਾਨ ਤੇ ਬਹੁਤ ਪਿਆਰੇ ਵਿਦਿਆਰਥੀ ਬੱਚਿਓ, ਜਿਹੜਾ ਇਹ ਵਿਸ਼ਾ ਖੇਤੀ ਦਾ, ਫੂਡ ਦਾ ਬਹੁਤ ਬੜਾ ਇਸ਼ੂ ਆ, ਨਾ ਕੇਵਲ ਪੰਜਾਬ ਦਾ ਬਲਕਿ ਇੰਡੀਆ ਦਾ। ਇਸ ਇਸ਼ੂ ਦੇ ਉੱਤੇ ਹੀ ਆਪਾਂ ਸਾਰੇ ਜਾਣਦੇ ਹਾਂ ਕਿੱਡਾ ਵੱਡਾ ਅੰਦੋਲਨ ਚੱਲਿਆ, ਕਿਸ ਤਰ੍ਹਾਂ ਉਹਨੂੰ ਸਾਰੇ ਨੂੰ ਆਪਾਂ ਦੇਖਿਆ ਵੀ ਇਹ ਫੂਡ ਸਿਸਟਮ ਇੰਡੀਆ ਦਾ ਜੋ ਪ੍ਰੈਜ਼ੈਂਟ ਚੱਲ ਰਿਹਾ ਹੈ ਇਹਨੂੰ ਕਿਵੇਂ ਮੋੜਾ ਦਿੱਤਾ ਜਾਣ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਕਿਸ ਤਰ੍ਹਾਂ, ਇਹ ਸਾਰੀਆਂ ਗੱਲਾਂ ਆਪਾਂ ਦੇਖੀਆਂ। ਪਰ ਨਾਲ ਹੀ ਇਹ ਜਿਹੜੀ ਸਾਡਾ ਟੌਪਿਕ ਅੱਜ ਦਾ, ਭਾਰਤ ਦੇ ਅਨਾਜ ਭੰਡਾਰ ਵਿੱਚ ਖੇਤੀਬਾੜੀ ਦੀ ਸਥਿਰਤਾ ਤੇ ਵਾਤਾਵਰਣ ਪ੍ਰਪੇਖ, ਮੈਂ ਸਮਝਦਾ ਵੀ ਜਿਹੜੀ ਇਹ ਸਾਡੀ ਖੇਤੀਬਾੜੀ ਐਗਰੀਕਲਚਰ ਆ, ਆਪਾਂ ਜਦੋਂ ਗ੍ਰੀਨ ਰੈਵੋਲੂਸ਼ਨ ਦੀ ਗੱਡੀ ਚੜ ਗਏ, ਉਹ ਗੱਡੀ ਰੁਕੀ ਨਹੀਂ, ਅੱਜ ਤੱਕ ਨਹੀਂ ਰੁਕੀ। ਉਹ ਗੱਡੀ 25-30 ਸਾਲ ਬਾਅਦ ਉਹਦਾ ਅਗਲਾ ਸਟੇਸ਼ਨ ਆਉਣਾ ਚਾਹੀਦਾ ਸੀ, ਜਾਂ ਡਿਵਰਸੀਫਿਕੇਸ਼ਨ ਵੱਲ ਤੁਰਦੇ, ਆਰਗੈਨਿਕ ਵੱਲ ਤੁਰਦੇ, ਜਾਂ ਐਗਰੋਬੇਸ ਇੰਡਸਟਰੀ ਵੱਲ ਤੁਰਦੇ, ਤੇ ਜਿਹੜੀ ਉਹ 70ਵਿਆਂ 'ਚ ਜਿਵੇਂ ਕੰਮ ਸ਼ੁਰੂ ਹੋਇਆ ਸੀ ਉਹਨੂੰ ਇੱਕ ਨਵਾਂ ਮੋੜ ਆਉਣਾ ਸੀ। ਸਾਡਾ ਵਾਤਾਵਰਨ ਵੀ ਬਚਿਆ ਰਹਿਣਾ ਸੀ, ਸਾਡਾ ਪਾਣੀ ਵੀ ਬਚਿਆ ਰਹਿਣਾ ਸੀ। ਤੇ ਅੱਜ ਜਿਵੇਂ ਮਾਲਵੇ 'ਚ ਸਾਡਾ ਇੱਕ ਲੇਖਕ ਆ, ਉਹਨੇ ਨਾਵਲ ਹੀ ਲਿਖਿਆ ਕੈਂਸਰ ਟ੍ਰੇਨ, ਵੀ ਉੱਥੋਂ ਰੋਜ਼ ਕੈਂਸਰ ਦੇ ਮਰੀਜ਼ਾਂ ਦੀ ਟ੍ਰੇਨ ਭਰ ਕੇ ਕਿਸੇ ਦੂਜੀ ਸਟੇਟ 'ਚ ਇਲਾਜ ਲਈ ਜਾਂਦੀ ਹੈ, ਕਿਉਂਕਿ ਇਲਾਜ ਤੇ ਡਾਕਟਰ ਆਪਾਂ ਯੂਕਰੇਨ 'ਚ ਦੇਖ ਹੀ ਲਿਆ ਕਿ ਸਾਡੇ ਕੋਲ ਕਿੰਨੇ ਕੁ ਹਸਪੀਟਲ ਨੇ, ਕਿੰਨੇ ਕੁ ਸਾਡੇ ਕੋਲ ਮੈਡੀਕਲ ਕਾਲਜ ਨੇ, ਤੇ ਸਾਡੇ ਬੱਚੇ ਕਿੱਥੇ ਰੋਂਦੇ ਫਿਰਦੇ ਆ ਤੇ ਕਿਸ ਕਿਸਮ ਦੀਆਂ ਮੁਸ਼ਕਲਾਂ, ਇਹ ਆਪਣਾ ਆਪਣੇ ਪ੍ਰਬੰਧ ਤੋਂ ਭੜੀ ਪਾ ਰਹੇ। ਅੱਜ ਬੇਟੇ ਤੁਹਾਨੂੰ ਬਹੁਤ ਸਾਰੀਆਂ ਡਾਕਟਰ ਦਵਿੰਦਰ ਸ਼ਰਮਾ ਜੀ ਤੋਂ, ਲੱਦੇਵਾਲੀ ਜੀ ਤੋਂ, ਡਾਕਟਰ ਭੱਟੀ ਜੀ ਤੋਂ ਸੁਣਨ ਨੂੰ ਗੱਲਾਂ ਮਿਲਣਗੀਆਂ, ਕਿਉਂਕਿ ਉਹ ਐਕਸਪਰਟ ਨੇ। ਦੂਸਰੀ ਗੱਲ, ਮੈਨੂੰ ਬਹੁਤ ਖੁਸ਼ੀ ਦੀ ਗੱਲ ਇਹ ਹੈ ਕਿ ਡਾਕਟਰ ਦਵਿੰਦਰ ਸ਼ਰਮਾ ਜੀ, ਲੱਦੇਵਾਲੀ ਜੀ, ਇਹ ਵਿਦਵਾਨ ਕੇਵਲ ਯੂਨੀਵਰਸਿਟੀਆਂ ਦੇ ਵਿਦਵਾਨ ਨਹੀਂ ਗੇ, ਇਹ ਲੋਕ ਸਟੇਜਾਂ ਦੇ ਵੀ ਵਿਦਵਾਨ ਨੇ। ਜ਼ੋਰਦਾਰ ਤਾੜੀਆਂ ਇੱਕ ਇਸ ਵੇਲੇ, ਕਿਤੇ ਕਿਸਾਨ ਮੇਲਾ ਹੋਵੇ, ਕਿਤੇ ਲੋਕ ਸੱਥ ਹੋਵੇ, ਉੱਥੇ ਵੀ ਗੱਲ ਆਪਦੀ ਪੂਰੇ ਜ਼ੋਰਦਾਰ ਤਰੀਕੇ ਨਾਲ ਕਰਦੇ ਆ ਵੀ ਸਾਨੂੰ ਆਪਦਾ ਜਿਹੜਾ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਉਸ ਮਹਾ ਫਲਸਫੇ ਨੂੰ ਛੱਡ ਕੇ ਜਿਹੜੇ ਪਾਸੇ ਜਾਈ ਜਾ ਰਹੇ ਆ। ਠੀਕ ਆ, ਫੂਡ ਦੀ ਲੋੜ ਆ, ਉਹ ਲੋੜ ਕਿਵੇਂ ਪੂਰੀ ਕਰਨੀ ਆ, ਉਸ ਲੋੜ ਲਈ ਵਾਤਾਵਰਨ ਕਿਵੇਂ ਬਚਾਉਣਾ, ਔਰ ਬੰਦੇ ਨੂੰ ਕਿਵੇਂ ਬਚਾਉਣਾ ਹੈ। ਜਦੋਂ ਇੱਕ ਸਮਾਂ
ਤੇ ਆ ਜਾਂਦਾ ਐਸਾ ਵੀ ਹਰ ਚੀਜ਼ ਨੂੰ ਮੈਂ ਕਿਹਾ ਇਹ ਕਰਨਾ ਨਾ, ਕੋਈ ਢਾਬਾ ਵੀ ਖੁੱਲਾ ਹੋਵੇ ਨਾ 20 ਸਾਲ ਬਾਅਦ ਉਹਨੂੰ ਨਵੀਂ ਸ਼ੇਪ ਨਾ ਦੇਵੇ, ਉਹ ਢਾਬਾ ਵੀ ਬੰਦ ਹੋ ਜਾਣਾ। ਅੱਜ ਹਵੇਲੀ ਸਿਸਟਮ ਆ ਗਿਆ ਢਾਬੇ ਦੀ ਥਾਂ। ਜੇ ਅਸੀਂ ਇਹਨੂੰ ਨਵਾਂ ਮੋੜ ਨਹੀਂ ਦੇਵਾਂਗੇ, ਇਹਦਾ ਮੁਹਾਂਦਰਾ ਨਵਾਂ ਨਹੀਂ ਸਿਰਜਾਂਗੇ, ਤੇ ਸਾਨੂੰ ਆਪਦਾ ਜੀਵਨ ਹੀ ਹੋਂਦ 'ਚ ਇਹਦੀ ਹੋਂਦ ਹੀ ਖਤਰੇ 'ਚ ਪਈ ਨਜ਼ਰ ਆਏਗੀ। ਪੁੱਤਰ ਤੁਹਾਨੂੰ ਜਦੋਂ ਵੇਖਦੇ ਆ ਤੁਸੀਂ ਪਾਣੀ ਦੀ ਬੋਤਲ ਲਈ ਫਿਰਦੇ ਹੋ, ਅਸੀਂ ਜਦੋਂ ਪੜ੍ਹਦੇ ਸੀ ਅਸੀਂ ਪਾਣੀ ਦੀ ਬੋਤਲ ਨਹੀਂ ਸੀ ਲਈ ਫਿਰਦੇ। ਅੱਜ ਸਾਨੂੰ ਖਾਣ ਪੀਣ ਤੋਂ ਜਦੋਂ ਘਰੋਂ ਕੁਝ ਚੀਜ਼ ਕਹੀ ਜਾਂਦੀ ਆ ਵੀ ਇਹੋ ਜਿਹੀ ਕੋਈ ਇਹੋ ਜਿਹੀ ਚੀਜ਼ ਲੈ ਕੇ, ਸਬਜ਼ੀ ਇਹ ਉਹ ਦਾਲਾਂ ਲੈ ਆਓ, ਇਹ ਤਾਂ ਨਿਰੀਆਂ ਪੈਸਟੀਸਾਈਡ ਦੀਆਂ ਭਰੀਆਂ। ਸਾਨੂੰ ਕਦੀ ਮਾਂ ਏਦਾਂ ਨਹੀਂ ਸੀ ਆਉਂਦੀ ਵੀ ਤੁਸੀਂ ਇਹੋ ਜਿਹੀਆਂ ਸਬਜ਼ੀਆਂ ਨਾ ਲੈ ਕੇ ਆਇਓ। ਤੁਸੀਂ ਉੱਤਰ ਖਾਲਸਾ ਕਾਲਜ ਦੇ ਸਟੂਡੈਂਟ ਹੋ, ਇੱਥੋਂ ਜਿਹੜਾ ਮੈਸੇਜ ਆਵੇ ਉਹਨੂੰ, ਉਸ ਮੈਸੇਜ ਨੂੰ ਅੱਗੇ ਲੈ ਕੇ ਜਾਣੇ ਹੋ। ਤੁਸੀਂ ਸਾਡੇ ਏਜੰਟ, ਤਬਦੀਲੀ ਦੇ ਏਜੰਟ। ਖਾਲਸਾ ਕਾਲਜ ਮੈਂ ਦੱਸਣਾ ਚਾਹਾਂਗਾ ਵੀ ਅਸੀਂ ਆਰਗੈਨਿਕ ਖੇਤੀ ਦਾ ਵੀ ਸਾਡਾ ਇੱਕ ਮਾਡਲ ਫਾਰਮ ਆ, ਵੈਜੀਟੇਬਲ ਖੇਤੀ ਦਾ ਵੀ ਇੱਕ ਸਾਡਾ ਆਰਗੈਨਿਕ ਮਾਡਲ ਫਾਰਮ ਆ, ਪ੍ਰੋਟੈਕਟਡ ਖੇਤੀ ਦਾ ਵੀ ਮਾਡਲ ਫਾਰਮ ਆ ਸਾਡੇ। ਮਤਲਬ ਅਸੀਂ ਐਸੀ ਲੈਬ ਆ ਜਿਹੜੀ ਜਿਹਨਾਂ ਨੂੰ ਪੰਜਾਬੀ 'ਚ ਕਹਿ ਦਿੰਦਾ ਮਿੱਤਰ ਕੀੜੇ ਤਿਆਰ ਕਰਦੀ ਆ। ਫਸਲਾਂ 'ਚ ਉਹੀ ਕੀੜੇ ਛੱਡਦੇ ਹੋ, ਦਵਾਈ ਦੀ ਲੋੜ ਹੀ ਨਹੀਂ ਪੈਂਦੀ। ਬਹੁਤ ਕੁਝ, ਕਿਉਂਕਿ ਖਾਲਸਾ ਕਾਲਜ ਐਗਰੀਕਲਚਰ ਨੂੰ ਟਵਿਸਟ ਦੇਣ ਲਈ, ਨਵਾਂ ਮੋੜ ਦੇਣ ਲਈ ਇਹਦਾ ਇੱਕ ਪੈਂਤਰੀ ਰੋਲ ਆ, ਇੱਕ ਮਾਪਿਆਂ ਵਾਲਾ ਰੋਲ ਆ। ਕਿਤੇ ਐਗਰੀਕਲਚਰ ਦੀ ਪੜ੍ਹਾਈ ਨਹੀਂ ਸੀ ਪੰਜਾਬ ਸਾਂਝੇ 'ਚ ਜਦੋਂ ਦੀ ਖਾਲਸਾ ਕਾਲਜ 'ਚ ਪੜ੍ਹਾਈ। ਇਸ ਕਰਕੇ ਅਸੀਂ ਹਮੇਸ਼ਾ ਇਸ ਗੱਲ ਤੇ ਰਹਿੰਦੇ ਹਾਂ ਕਿ ਜਿਹੜਾ ਨਵੀਂ ਤਬਦੀਲੀ ਸਾਨੂੰ ਇਹ ਵਾਤਾਵਰਨ 'ਚ ਨਜ਼ਰ ਆ ਰਹੀ ਆ, ਇਹ ਸਾਰੀ ਤਬਦੀਲੀ ਦੇ ਸਨਮੁਖ ਅਸੀਂ ਆਪਣਾ ਜੀਵਨ, ਆਪਣੀ ਫੂਡ ਪ੍ਰੋਬਲਮ ਨੂੰ ਕਿਵੇਂ ਹੱਲ ਕਰਨਾ ਹੈ, ਉਹ ਸਾਰਾ ਕੁਝ ਖਾਲਸਾ ਕਾਲਜ ਬਾਖੂਬੀ ਇਸ ਆਪਦੇ ਫਰਜ਼ ਤੋਂ, ਧਰਮ ਤੋਂ ਵਾਕਫ ਆ। ਅਸੀਂ ਪਾਣੀ ਵੀ, ਸਾਡੀ ਰੇਨ ਹਾਰਵੈਸਟਿੰਗ ਆ, ਕਿਤੇ ਨਹੀਂ ਪਾਣੀ ਅਸੀਂ ਪੈਣ ਦਿੰਦੇ ਵੀ ਉਹ ਫਲੱਡ ਹੋ ਕੇ ਉਹ ਚਲੇ ਜੇ, ਕਿਤੇ ਸੀਵਰੇਜ 'ਚ ਚਲ ਜੇ। ਥਾਂ ਥਾਂ ਸਾਰੇ ਥਾਵਾਂ ਤੇ ਅਸੀਂ ਰੇਨ ਹਾਰਵੈਸਟਿੰਗ ਕੀਤੀ ਆ। ਕੁਦਰਤ ਦੇ ਮਤਲਬ ਵੀ ਇਹ ਜਿਹੜਾ ਪਾਣੀ ਆ, ਤੁਸੀਂ, ਮੈਂ ਤਾਂ ਕਹਿੰਦਾ ਨਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਗੱਲ ਸੁਪਨੇ 'ਚ ਹੋ ਜਾਏਗੀ। ਅਸੀਂ ਆ ਜਿਹੜੀ ਨਹਿਰ ਅੰਮ੍ਰਿਤਸਰੋਂ ਇੱਧਰ ਤਰਨਤਾਰਨ ਪੱਟੀ ਚੱਲਦੀ ਸੀ ਨਾ, ਉਹ ਮਤਲਬ ਸਾਡੀ ਅੱਧੀ ਜ਼ਮੀਨ ਪਾਣੀ ਨਾਲ ਅੱਠੀ ਦਿਨੀ ਭਰ ਜਾਂਦੀ ਸੀ, ਹੁਣ ਪਾਣੀ ਨਹੀਂ ਜਾਂਦਾ। ਤੇ ਤੁਸੀਂ ਪੁੱਤਰ ਇੱਕ ਦਿਨ ਤਰਸ ਜਾਓਗੇ ਵਗਦਾ ਪਾਣੀ ਵੇਖਣ ਲਈ ਵੀ। ਪਾਣੀ ਐ ਵਗਦਾ ਹੁੰਦਾ, ਜਿਵੇਂ ਹੁਣ ਸਾਡਾ ਪਿੱਛੇ ਵੇਲਣਾ ਗੁੜਦਾ ਤੇ ਬੱਚੇ ਗੁੜ ਇਹ ਬਣਦਾ। ਐਵੇਂ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਣ ਵਾਲੀ ਆ ਕਿ ਜੇ ਆਪਾਂ ਨਾ ਸੰਭਲੇ, ਜੇ ਆਪਾਂ ਨਾ ਸੁਚੇਤ ਹੋਏ। ਤੇ ਮੈਨੂੰ ਬਹੁਤ ਖੁਸ਼ੀ ਆ ਕਿ ਡਾਕਟਰ ਕਿਰਨ ਨੇ, ਬੋਟਨੀ ਡਿਪਾਰਟਮੈਂਟ ਨੇ, ਵੈਸੇ ਹਰ ਸਾਲ ਆ ਕੋਵਿਡ ਦਾ ਇੱਕ ਸਾਲ ਛੱਡ ਕੇ ਹਰ ਸਾਲ ਸਾਡੇ ਬੋਟੈਨੀਕਲ ਸੁਸਾਇਟੀ ਵੱਲੋਂ ਬਹੁਤ ਵੱਡਾ ਫੰਕਸ਼ਨ ਕੀਤਾ ਜਾਂਦਾ ਔਰ ਇਸ ਗੱਲ ਲਈ ਸੁਚੇਤ ਕੀਤਾ ਜਾਂਦਾ, ਅਵੇਅਰ ਕੀਤਾ ਜਾਂਦਾ। ਬੋਟਨੀ ਡਿਪਾਰਟਮੈਂਟ ਮੈਡਮ ਕਿਰਨ ਤੇ ਉਹਨਾਂ ਦੇ ਪੂਰੀ ਟੀਮ ਨੂੰ, ਅਧਿਆਪਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਵੀ ਉਹਨਾਂ ਅੱਜ ਇੰਨਾ ਵਧੀਆ ਇਹ ਸੈਮੀਨਾਰ ਰੱਖਿਆ ਔਰ ਇੰਨੇ ਵਧੀਆ ਬੁਲਾਰੇ ਅਰੇਂਜ ਕੀਤੇ ਆ। ਅਸੀਂ ਤੇ ਮੈਂ ਕਿਤੇ ਕੋਈ WhatsApp ਆ ਜੇ, ਕੁਛ ਉਹ ਆ ਜੇ, ਦਵਿੰਦਰ ਸ਼ਰਮਾ ਨੂੰ ਭਾਵੇਂ ਸੱਚੀ ਗੱਲ ਆ ਕਾਰ ਰੋਕ ਕੇ ਵੀ ਸੁਣਨਾ ਪਏ ਤੇ ਸੁਣੀਦਾ ਹੈ ਵੀ ਇਹ ਇਹਨਾਂ ਕੋਲ ਮਟੀਰੀਅਲ ਆ, ਇੰਨਾ ਡਾਟਾ ਆ, ਇੰਨਾ ਕੁਝ ਬੋਲਣ ਲਈ। ਔਰ ਇਹ ਜਿਹੜੇ ਮਤਲਬ ਲੋਕਾਂ ਦੇ ਨਬਜ ਨਾਲ ਜੁੜੇ ਹੋਏ ਆ, ਲੋਕਾਂ ਦੀਆਂ ਨਸਾਂ ਨਾਲ ਜੁੜੇ ਹੋਏ ਆ। ਤੇ ਤੁਸੀਂ ਪੁੱਤਰ ਇਹ ਇੱਥੋਂ ਦਾ, ਇਹਨਾਂ ਦੀਆਂ ਗੱਲਾਂ ਦਾ ਜ਼ਰੂਰ ਮੈਸੇਜ ਅੱਗੇ ਲੈ ਕੇ ਜਾਣਾ। ਸਾਡੇ ਬੱਚੇ ਬਹੁਤ ਜਾਗਰੂਕ ਨੇ, ਮੈਂ ਰਿਪੀਟ ਨਹੀਂ ਕਰਨਾ। ਕਈ ਬੱਚੇ ਸਾਡੇ ਬਾਹਰ ਜਾ ਕੇ ਜਦੋਂ ਉਸ ਗੱਲ ਨੂੰ ਕਾਲਜੋਂ ਸੁਣਦੇ ਆ, ਉਹਦਾ ਪ੍ਰਚਾਰ ਕਰਦੇ ਆ ਔਰ ਉਹਦੇ ਤੇ ਵਿਸ਼ਵਾਸ ਕਰਦੇ ਆ ਔਰ ਉਹਦੀ ਲੰਘਣਾ ਨਹੀਂ ਕਰਦੇ। ਸਾਨੂੰ ਆਪਣੇ ਵਿਦਿਆਰਥੀਆਂ ਤੋਂ ਵੀ ਬਹੁਤ ਮਾਣ ਹੈ ਇਸ ਗੱਲ ਦਾ। ਮੈਂ ਕਾਲਜ ਦੀ ਮੈਨੇਜਮੈਂਟ ਵੱਲੋਂ ਥੋੜੇ ਚਿਰ ਬਾਅਦ ਸਾਡੇ ਆਨਰੇਰੀ ਸੈਕਟਰੀ ਸਾਹਿਬ ਸਰਦਾਰ ਜਿੰਦਰ ਮੋਹਨ ਸਿੰਘ ਜੀ ਸ਼ੀਨਾ ਵੀ ਆਉਣਗੇ। ਪੂਰੇ ਸਾਡੇ ਸਟਾਫ ਵੱਲੋਂ, ਪੂਰੇ ਖਾਲਸਾ ਪਰਿਵਾਰ ਦੇ ਵਿਦਿਆਰਥੀਆਂ ਵੱਲੋਂ ਅੱਜ ਦੇ ਇਹਨਾਂ ਸਪੀਕਰ ਸਾਹਿਬਾਨ ਦਾ ਅਸੀਂ ਬਹੁਤ ਬਹੁਤ ਦਿਲੋਂ ਜੀ ਆਇਆਂ ਆਖਦੇ ਹਾਂ ਔਰ ਬਹੁਤ ਧੰਨਵਾਦ ਵੀ ਕਰਦੇ ਹਾਂ ਵੀ ਇਸ ਤਰ੍ਹਾਂ ਆਪਦੇ ਰੁਝੇਵਿਆਂ ਚੋਂ ਸਮਾਂ ਕੱਢ ਕੇ ਤੇ ਇਸ ਤਰ੍ਹਾਂ ਆ ਕੇ ਤੇ ਬੱਚਿਆਂ ਨੂੰ ਇਹੋ ਜਿਹਾ ਮਤਲਬ ਸੈਮੀਨਾਰ ਦੇ ਵਿੱਚ ਸ਼ਿਰਕਤ ਕਰਨਾ, ਗਿਆਨ ਦੀਆਂ ਗੱਲਾਂ ਕਰਨੀਆਂ।
ਅਸੀਂ ਤਾਂ ਬੇਟੇ ਮੈਂ ਉਹਨਾਂ ਨਾਲ ਵੀ ਪ੍ਰਿੰਸੀਪਲ ਤਾਂ ਭੂਮਿਕਾ ਹੀ ਹੁੰਦਾ ਪ੍ਰਵੇਸ਼ ਦਾ ਗੱਲ ਅੱਗੇ ਸ਼ੁਰੂ ਹੋਣੀ ਹੁੰਦੀ ਠੀਕ ਆ ਦਿਹਾੜੇ ਅੱਗੇ ਸ਼ੁਰੂ ਹੋਣਾ ਉਹ ਦਿਹਾੜੇ ਇਹ ਸਾਡੇ ਮਾਣਯੋਗ ਰਿਸਪੈਕਟਡ ਇਹ ਸਪੀਕਰ ਸ਼ੁਰੂ ਕਰਨਗੇ ਇੱਕ ਵਾਰ ਫੇਰ ਇਹਨਾਂ ਦੇ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਥੈਂਕ ਯੂ ਤੁਹਾਡੇ ਵੈਲਕਮ ਹੋਣ ਦੇ ਲਈ। ਅਸੀਂ ਸਾਰਾ ਜੋ ਹੈ ਇਹ ਪ੍ਰੋਗਰਾਮ ਲਿਖਿਆ ਹੈ ਪ੍ਰਿੰਸੀਪਲ ਸਰ ਦੀ ਰਹਿਨੁਮਾਈ ਦੇ ਅਧੀਨ ਅਸੀਂ ਕੀਤਾ ਹੈ। ਸੋ ਨਾਓ ਡਾਕਟਰ ਮਹਿਲ ਸਿੰਘ ਜੀ ਪ੍ਰਿੰਸੀਪਲ ਖਾਲਸਾ ਕਾਲਜ, ਡਾਕਟਰ ਦਵਿੰਦਰ ਸ਼ਰਮਾ ਡਿਸਟਿੰਗੁਇਸ਼ਡ ਫੂਡ ਐਂਡ ਟ੍ਰੇਡ ਪਾਲਿਸੀ ਐਨਾਲਿਸਟ, ਡਾਕਟਰ ਬਲਵਿੰਦਰ ਸਿੰਘ ਜੀ ਲੱਖੇਵਾਲੀ ਐਂਡ ਇਨਵਾਇਰਨਮੈਂਟਲਿਸਟ, Dr. Manpreet Singh Patty, Professor, Postgraduate Department of Environment and Botanical Sciences, Guru Nanak Dev University, Deans, Heads, colleagues, my dear students and participants, good morning to all of you. Ji Ayan. Botanical and Environmental Science Society, Postgraduate Department of Botany, Khalsa College, Amritsar, organizes flower show every year to celebrate the beginning of spring season. Spring season is always a new beginning for plant life, which rejuvenates the other kingdoms of life. This year, we organized Amritsar Flower Show Spring 2022, which received tremendous response and encouraged us to do it with more efforts in the coming years. We received entries from 27 colleges and 48 other departments. During the event, we also organized national seminar every year. Seminars are organized to sensitize our students and society at large towards sustainable growth and development. Earlier also, we organized seminars where Sant Balbir Singh Sichewal, Dr. Arundeep Ahluwalia and Dr. Rohit Mehra, Green Man of India, participated. In today's seminar, Sustainability of Agriculture in India's Food Bowl and Environmental Perspective, we are privileged to have amongst us Dr. Dvinder Sharma, keynote speaker of the seminar. He is a well-known policy analyst, award-winning journalist, writer, thinker, and researcher. He has worldwide view and is in touch with the ground realities. He is known as Voice of 99%, and he is an advocate of sustainable agriculture. His columns are published in 6 languages. So I have conviction that my students and other participants will gain from the dissemination of this knowledge. Thank you so much. And we will continue the discussions later on also. Thank you ma'am. Thank you principal sir. ਜੇ ਤੁਸੀਂ ਰੀਸੈਂਟ ਡੇਟਾ ਦੇਖੋ ਤੇ ਪੰਜਾਬ ਇੰਡੀਆ ਦਾ 1.5% ਜਿਹੜਾ ਹਿੱਸਾ ਹੈ 1.5% ਸਾਡੇ ਕੋਲੇ ਜ਼ਮੀਨ ਹੈ ਤੇ ਅਸੀਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਜਿਹੜਾ ਬਫਰ ਸਟਾਕ ਕਰਦੀ ਹੈ ਉਹਦੇ ਚ 20% ਕਣਕ ਕੰਟਰੀਬਿਊਟ ਕਰਦੇ ਹਾਂ 12 ਤੋਂ 15% ਝੋਨਾ ਕੰਟਰੀਬਿਊਟ ਕਰਦੇ ਹਾਂ ਤੇ 10% ਅਸੀਂ ਦੁੱਧ ਜਿਹੜਾ ਆ ਉਹ ਇੰਡੀਆ ਨੂੰ ਕੰਟਰੀਬਿਊਟ ਕਰਦੇ ਹਾਂ। ਗ੍ਰੀਨ ਰੈਵੋਲੂਸ਼ਨ ਡਾਕਟਰ ਓਪੀ ਰੁਪੇਲਾ ਤੁਹਾਡੇ ਚੋਂ ਬਹੁਤਿਆਂ ਨੇ ਨਾਮ ਸੁਣਿਆ ਹੋਵੇਗਾ। ਉਹਨਾਂ ਕਿਹਾ ਸੀਗਾ ਕਿ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਜਿਹੜਾ ਇਹ ਮਾਡਲ ਐਗਰੀਕਲਚਰ ਦਾ ਇਹ ਬਹੁਤ ਲੰਬਾ ਨਹੀਂ ਜਿਵੇਂ ਪ੍ਰਿੰਸੀਪਲ ਸਰ ਕਹਿ ਕੇ ਗਏ ਸੀ ਕਿ ਇਹਦੀ ਐਗਜ਼ਿਟ ਪਾਲਿਸੀ ਹੋਣੀ ਚਾਹੀਦੀ ਸੀ 15 20 25 ਸਾਲ ਤੋਂ ਬਾਅਦ ਇਹਦੇ ਚ ਚੇਂਜਸ ਦੀ ਲੋੜ ਸੀ। ਅਸੀਂ ਚੇਂਜਸ ਨਹੀਂ ਕੀਤੀਆਂ ਪਾਣੀ ਸਾਡਾ ਲੋੜ ਤੋਂ ਬਾਅਦ ਹੇਠਾਂ ਚਲਾ ਗਿਆ। ਸੰਤ ਸੀਚੇਵਾਲ ਜੀ ਇਸੇ ਸਟੇਜ ਤੇ ਕਹਿ ਕੇ ਗਏ ਸੀ ਕਿ ਪਾਣੀ ਪੀਣ ਵਾਲਾ ਨਹੀਂ ਰਿਹਾ ਹਵਾ ਸਾਹ ਵਾਲ ਲੈਣ ਵਾਲੀ ਨਹੀਂ ਰਹੀ ਤੇ ਖਾਣਾ ਖਾਣ ਵਾਲਾ ਨਹੀਂ ਰਿਹਾ। एयर क्वालिटी वाटर पोल्यूशन सॉइल पोल्यूशन एवरीथिंग साडे विच आ गईਆਂ बीमारियां ਨੂੰ ਅਸੀਂ ਸੱਦਾ ਦਿੱਤਾ ਤੇ ਐਟ ਦਾ ਐਂਡ ਕੀ ਹੋਇਆ ਕਿ ਸਾਡੀ ਜਿਹੜੀ ਇਹ ਜਨਰੇਸ਼ਨ ਹੈ ਇਹਨੇ ਮਾਈਗ੍ਰੇਟ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਡਿਵੈਲਪਮੈਂਟ ਦਾ ਇੱਕ ਬਹੁਤ ਹੀ ਖਤਰਨਾਕ ਤੇ ਭਿਆਨਕ ਮਾਡਲ ਹੈ। ਸੋ ਮੈਂ ਜ਼ਿਆਦਾ ਨਹੀਂ ਇਹਦੇ ਵਿੱਚ ਜਾਵਾਂਗਾ। I will just introduce invited speaker with you
Dr. Devendra Sharma is a distinguished food and trade policy analyst, an award-winning Indian journalist, writer, thinker, and researcher, well known and respected for his views on the food and trade policies. Trained as an agriculture scientist, Dr. Sharma has with the Indian Express, then he quit the active journalism to research on policy issues concerning sustainable agriculture, biodiversity and intellectual property rights, environment and development, food security and poverty, biotechnology and hunger. Dr. Sharma has been awarded with honorary degree of Professor at Large by Chaudhry Sarwan Kumar, Himachal Pradesh University, Palampur. He is also a visiting professor to the Sardar Patel University of Police, Security and Criminal Justice, Jodhpur, and has formerly been a visiting editor to the International Rice Research Institute in Philippines, visiting fellow at the School of Development Studies at the University of East Anglia, Norway, United Kingdom, and a Press Fellow at the University of Cambridge, United Kingdom. Sharma is associated with numerous national and international organizations, civil society groups, and farmer organizations. He is also on the board of half a dozen national and international organizations, including the Center for Sustainable Agriculture, Hyderabad, and Bhumi College, Bangalore. He has delivered invited lectures, special talks at some 50 universities in Europe, America, and Australia, besides numerous college institutions and universities in India. He travels extensively. जब ये सर कहते हैं ना कि ये किसी इंस्टीट्यूट्स नाल नहीं जुड़े हुए, ये पिंडां च, ये खेतां च, ये कॉलेजां च जाने वाले बंदे ने. So he travelled extensively, spending most of his time in the villages. He also uses his regular columns to disseminate the analysis among the masses. His columns are published in 6 languages. Actually, list is too long. मैनू लगता है कि मैनू पढ़ने आधा घंटा लग जाना है. So I don't want to stand between you and the invited speaker. With this, I would request Dr. Devendra Sharma ji to please come on the dais and start with this invited talk. So please. Thank you very much for this generous introduction, sir. Respected principals, sir, distinguished members of the panel, dais, members of the faculty, and my dear young ladies and gentlemen. जिंदगी च ना बहुत घट बारी होता है कि जो कहते ना कुछ कुछ होता है. शाहरुख खान ਨੂੰ ਤਾਂ ਕੁਝ ਹੋਇਆ ਸੀਗਾ ਕਿ ਯੂ ਆਲ ਨੋ ਅਬਾਊਟ ਦੈਟ. ਪਰ ਜਦ ਮੈਂ ਅੱਜ ਤੁਹਾਡੇ ਕਾਲਜ ਵਿੱਚ ਐਂਟਰ ਕੀਤਾ ਤਾਂ ਮੈਨੂੰ ਵੀ ਕੁਝ ਹੋਇਆ. not in the sense कि जो शाहरुख खान ने जिस फीलिंग ਨਾਲ किया ਸੀਗਾ, पर ਮੈਨੂੰ ਲੱਗਿਆ कि ਅੱਜ बहुत सालों बाद एक मौका मिला कि ऐसे एनवायरनमेंट ਵਿੱਚ दखल ਹੋਏ ਹੈਗੇ जिथे पता नहीं मैंने भी स्टूडेंट बना रहे हैं. आई विल बी टू हैप्पी. मैंने भी एडमिशन दे लो बहुत चाहूँगा कि वी वांट टू बी पार्ट ऑफ दैट सेम एनवायरनमेंट और फैकल्टी ਜਿਹੜਾ ਤੁਹਾਨੂੰ ਇਹਨਾਂ ਕਿਤਾਬ ਦਿੰਦਾ ਹੈ. ਐਂਡ ਜਿਹੜੀ ਜਿਸ ਤਰ੍ਹਾਂ ਸਾਰੇ ਕਹਿੰਦੇ ਹੈਗੇ ਆ ਕਿ ਦਿਸ ਕਾਲਜ ਹੈਜ਼ ਅ ਹਿਸਟਰੀ ਵਿਚ ਇਜ਼ ਵੈਰੀ ਇੰਪੋਰਟੈਂਟ ਐਂਡ ਵੀ ਆਲ ਨੀਡ ਟੂ ਨੋ. ਔਰ ਮੇਰਾ ਬੜਾ ਕਿਸਮਤ ਚੰਗੀ ਨਹੀਂ ਸੀਗੀ कि मैं तो इस मकसद इस इवेंट तो पहले मैं कभी इतने आ नहीं पाया. तो बड़ी इच्छा होंगी सी जब भी थोड़े कॉलेज की बिल्डिंग कितने नजर आती सी तो अंदरों जरा कहना कुछ होता सी. जब आप एग्रीकल्चर की गल करते हैं, खेती की गल करते हैं, तो फूड की गल करनी बहुत जरूरी होती है. एंड समहाउ मैं देखता दुनिया भर में फूड का और एग्रीकल्चर का जो नाता है वो टूट गया है, which is
farmers for that massive protest ਜਾਂ ਉਸ ਸ਼ੌਕ ਨਾਲ ਖਾਂਦੇ ਹੈਗੇ ਆ, ਉਸ ਸ਼ੌਕ ਨਾਲ ਉਸ ਗੱਲ ਦੀ ਰਿਸਪੈਕਟ ਕਰਦੇ ਹੈਗੇ ਆ, ਉਹ ਉਨੀ ਸ਼ਿੱਦਤ ਨਾਲ ਕਿਸਾਨਾਂ ਦੀ ਵੀ ਰਿਸਪੈਕਟ ਕਰਨਗੇ ਜਾਂ ਜਿਹੜਾ ਫੂਡ ਪ੍ਰੋਡਿਊਸ ਕਰਦਾ ਹੈ ਉਹਦੀ ਰਿਸਪੈਕਟ ਕਰਨਗੇ। ਦਸ਼ਕਾਂ ਤੋਂ ਅਸੀਂ ਕਿਸਾਨਾਂ ਨੂੰ ਇਗਨੋਰ ਕਰਦੇ ਆ ਰਹੇ ਹਾਂ। ਸਾਡੇ ਜਿਹੜੇ ਵਿਦਵਾਨ ਪ੍ਰੋਡਕਟਿਵਿਟੀ बढ़ाओ। एक कहावत है पंजाब में तो सुनी होएगी, दब के बात रज के खा। जब तो मैं सुनता है, जब मैं स्टूडेंट होंदा सीगा, तो आई ऑल्सो यूज टू इमेजिन कि भाई दिस मीनस कि अगर असी दब के बाहर है तो ऑब्वियसली दैट किसान जिहड़ा उन्होंने प्रोडक्शन करता है ये मस्ट बी डूइंग रिमार्केबली वेल। लेकिन जिन्ना अगे मैं देखता गया एग्रीकल्चर और समझता गया, मैंने एक चीज़ बड़ी क्लीयर नजर आ रही सी कि जी सोसाइटी हैगी है दैट इज नॉट इवन रिमोटली कंसर्न्ड कि किसान का की हाल। साडी इमेजिनेशन विच किसान की हुंदा सीगा। एक डॉक्टर एम.एस. रंधावा पंजाब की शख्सियत है, उन्होंने मैंने एक बार कहा सीगा, मैंने कहते सी देखो देविंदर, किसान की इमेज साडे माइंड विच है गंदी जी पगड़ी होए, कुर्ता गंदा होए, कितों फटिया होए, जी थले जी जुत्ती होए जी हो जी तो मिट्टी ना लती होए, अगर बुलाते हो तो जुत्ती बाहर खोल के आए अंदर आकर थोड़ी होएगी। मतलब कहना होंदा सीगा कि देखो साडी इमेजिनेशन विच किसान की ही एक इमेज है वो स्टे करती है। हुण तो डॉक्टर रंधावा कई साल हो गए चले गए, लेकिन अज भी अगर असं आम आदमी को पूछिए वो इमेजिनेशन विच वही किसान स्टे करता है, वही छाप वो हैगी है। और असं कभी सोचा ही नहीं है कि भी आफ्टर ऑल एक किसान इस क्राइसिस विच क्यों हैगा जो अज वो किसान फेस कर रहे हैं। और जिस तरह मैं नौकरी छड़ के इस काम विच अपने आप को डिवोट किया, समझा कि मैं की हो की रहा है, उस तरह मैं ज़्यादा समझ आया कि एक्चुअली जो एक नाता कहते ना कि जो होंदा हैगा बिटवीन द प्रोड्यूसर एंड द कंज्यूमर, वो इन्ना जबरदस्त डिसकनैक्ट हो रहा है या हो चुका है हम तक कहांगे कि असी कभी इतने जो कमरे च बैठे है, इस हॉल में बैठे है, असी कभी सोचते नहीं है कि भी क्या कारण हो सकते हैं कि एग्रीकल्चर इन्ना क्राइसिस हो जाए। मैं इस करके कह रहा है क्योंकि जब तुसी और मैं जब मैं पढ़ता सीगा या जब तुसी हुण एग्रीकल्चर पढ़ रहे हो या एग्रीकल्चर नहीं भी पढ़ रहे तो इकोनॉमिक्स होण या रिलेटिव रिलेटेड कोर्सेज जिहड़े होंदे हैगे वो भी एग्रीकल्चर ते फोकस तो होंदा ही हैगा। ਉਹਦੇ ਵਿੱਚ ਤੁਸੀਂ ਸਾਰਾ ਦੇਖੋ ਤਾਂ ਇੱਕੋ ਹੀ ਗੱਲ ਹੁੰਦੀ ਹੈ, ਨਾਈਟ੍ਰੋਜਨ ਫਾਸਫੋਰਸ ਪੋਟਾਸ਼ NPK ਪਾਈ ਜਾਓ ਤਾਂ ਦਬ ਕੇ ਪ੍ਰੋਡਕਸ਼ਨ ਕਰੀ ਜਾਓ। ਐਂਡ ਆਈ ਥਿੰਕ ਦ ਚੀਫ ਮਿਨਿਸਟਰ ਦੀ ਪ੍ਰਾਈਮ ਮਿਨਿਸਟਰ ਐਂਡ ਦੀ ਗਵਰਨਮੈਂਟ ਇਜ਼ ਵੈਰੀ ਹੈਪੀ ਕਿ ਉਹਨਾਂ ਦਾ ਇਸ ਸਾਲ ਦੀ ਪ੍ਰੋਡਕਟਿਵਿਟੀ ਜਿਹੜੀ ਹੈਗੀ ਜਾਂ ਪ੍ਰੋਡਕਸ਼ਨ ਲੈਵਲ ਜਿਹੜਾ ਹੈਗਾ ਉਹ ਰਿਕਾਰਡ ਹੋ ਗਿਆ। हर साल किसान रिकॉर्ड पैदा करता जाता है एंड येट किसान की इनकम जी हैगी उसी नाल इन्वेस्टनरी प्रपोर्शनेटली देखी असी तो इन्वेस्टनरी डिस्प्रपोर्शनेटली वो थले कर जाती है। क्या कारण है कि इन्ना बड़ा मिसमैच है। जब इन्हों समझने की कोशिश करते हैं तो एक गल बहुत इंपॉर्टेंट है, ये नहीं सोच के चलना चाहिए कि जो एग्रीकल्चर हैगा वो मतलब इस तरह का है कि कितने लिखा हुआ है कि गीता में या बाइबल में एग्रीकल्चर की इतनी दुर्गति होनी है जो प्रोड्यूस करेगा उस फूड को, ऐसी गल नहीं है। आफ्टर ऑल ये जो बड़ा डिजाइन है, जब तक असं इन्होंने नहीं समझांगे मन नहीं लगता कि साढ़े सामने कभी पिक्चर क्लियर हो पाएगी कि क्या कारण है कि किसान इतनी मेहनत करता है और मेहनत करने तो बाद भी उसका गुजारा नहीं होता है। मैंने याद है बहुत साल पहले की गल है, 1996 टू बी एग्जैक्ट, 1996 एक MS स्वामीनाथन रिसर्च फाउंडेशन चेन्नई में कॉन्फ्रेंस सी। उस कॉन्फ्रेंस में वर्ल्ड बैंक के उस टाइम के वाइस प्रेजिडेंट सस्टेनेबल डिवेलपमेंट के उन्होंने नाम सीगा डॉक्टर इस्माइल सारागर्डिन। इस्माइल सारागर्डिन साहब ने अपनी प्रेजेंटेशन च एक गल कही सी। उन्होंने कहा सीगा कि वर्ल्ड बैंक एस्टीमेट करता है कि अगले 20 साल में, यानी मैं तुहानूं 1996 की गल दस रहा, अगले 20 साल मतलब 2015 तक वर्ल्ड बैंक का एस्टीमेट यह सीगा कि 2015 में जिहड़े लोकी पिंडां चों निकल कर शहर में आउणगे हिंदुस्तान च, उन्हां दी जनसंख्या इंग्लैंड, फ्रांस और जर्मनी की जनसंख्या तो दुगनी होगी। इंग्लैंड, फ्रांस और जर्मनी की जनसंख्या उस समय 20 करोड़ सी। वर्ल्ड बैंक का एस्टीमेट सीगा कि 40 करोड़ लोग पिंडां तो निकल कर शहरों में आउणगे 2015 तक। बहुत साल तक मैं सोचता रहा कि सानू अलर्ट कर रहे हैं, सानू वार्निंग दे रहे हैं, सानू सचेत कर रहे हैं, पर मैंने बात समझ आया कि नहीं, ये वार्निंग नहीं दे रहे, कहने कि तुसी एक करना है, तुसी लोगों को पिंडां चों कढ के शहर में लेके आना। ये इकोनॉमिक जिहड़ी सोच हैगी है, उहदा तुहानूं समझ आ जांदा है कि सारा जिहड़ा